ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਸਾਧ ਸੰਗਤ ਜੀ, ਸਾਨੂੰ ਗੁਰੂ ਸਾਹਿਬ 849 ਅੰਗ ਤੇ ਪ੍ਰਸਾਦ ਦੇ ਰਹੇ ਹਨ। ਬਿਲਾਵਲ ਰਾਗ ਦੇ ਵਿੱਚ ਵਾਰ ਦੀ ਬਾਣੀ ਸ਼ੁਰੂ ਕਰ ਰਹੇ ਹਾਂ ਜੀ। ਟੋਟਲ 22 ਵਾਰਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ, ਅਲੱਗ-ਅਲੱਗ ਰਾਗਾਂ ਦੇ ਵਿੱਚ ਹੈ। ਬਿਲਾਵਲ ਕੀ ਵਾਰ ਮਹੱਲਾ ਚੌਥਾ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਸਾਰੀ ਬਾਣੀ ਏਕਮ ਦੀ ਗੱਲ ਕਰਦੀ ਹੈ। ਏਕਮ ਕੌਣ ਹੈ? ਓਂਕਾਰ। ਸਾਰੇ ਬ੍ਰਹਮੰਡ ਨੂੰ ਬਣਾਉਣ ਕਿ ਚਲਾਉਣ ਵਾਲਾ, ਜਿਹਦਾ ਆਦ ਅੰਤ ਨਹੀਂ ਹੈ, ਪਤਾ ਨਹੀਂ ਕਿੱਡਾ ਕੁ ਵੱਡਾ ਹੈ, ਜਿਹਦਾ ਬ੍ਰਹਮੰਡ ਵੀ ਪਤਾ ਨਹੀਂ ਕਿੱਡਾ ਕੁ ਵੱਡਾ ਬਣਾਇਆ ਹੈ, ਉਹਦੀ ਵੀ ਨਹੀਂ ਸਮਝ ਆ ਸਕਦੀ। ਪਰ ਗੁਰੂ ਦਾ ਪ੍ਰਸਾਦ ਲੈ ਕੇ ਸਾਨੂੰ ਸਮਝ ਆ ਜਾਂਦੀ ਹੈ। ਆਓ ਪਹਿਲਾਂ ਅਰਦਾਸ ਕਰੀਏ ਕਿ ਜਿਹੜੀ ਇਸ ਬਾਣੀ ਪੜ੍ਹੀਏ, ਉਚਾਰੀਏ, ਉਹ ਸਾਨੂੰ ਉਚਾਰਨੀ ਆ ਜਾਵੇ, ਪੜ੍ਹਨੀ ਆ ਜਾਵੇ ਤੇ ਆਪਣੀ ਜ਼ਿੰਦਗੀ 'ਚ ਲਾਗੂ ਕਰ ਲਈਏ। ਜੋ ਗੁਰੂ ਸਾਹਿਬ ਸਾਨੂੰ ਕਹਿਣ ਉਹੀ ਹੀ ਕਰੀਏ, ਹੋਰ ਦਾ ਕਹਿਣਾ ਨਾ ਮੰਨੀਏ। ਬਾਣੀ ਅਨੁਸਾਰ ਹੀ ਚੱਲੀਏ। ਸਾਨੂੰ ਤਾਕਤ ਦਿਓ, ਬੁੱਧੀ ਦਿਓ, ਕਿਰਪਾ ਕਰੋ, ਸਾਨੂੰ ਗੁਰੂ ਨਾਲ ਮਿਲਾਪ ਕਰਾ ਕੇ ਗੁਰੂ ਮੁਤਾਬਕ ਚਲਾਓ। ਸ਼ਲੋਕ ਮਹੱਲਾ ਚੌਥਾ। ਹਰ ਉੱਤਮ ਹਰ ਪ੍ਰਭ ਗਾਵਿਆ, ਕਰ ਨਾਦ ਬਿਲਾਵਲ ਰਾਗ। ਉਪਦੇਸ਼ ਗੁਰੂ ਸੁਨ ਮੰਨਿਆ, ਤੁਰ ਮਸਤਕ ਪੂਰਾ ਭਾਗ। ਸਭ ਦਿਨ ਸਰੈਨ ਗੁਣ ਉਚਰੇ, ਹਰ 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 ਉਰ ਲਿਵ ਲਾਗ। ਸਭ ਤਨ ਮਨ ਹਰਿਆ ਹੋਇਆ, ਮਨ ਖਿੜਿਆ ਹਰਿਆ ਬਾਗ। ਅਗਿਆਨ ਅੰਧੇਰਾ ਮਿਟ ਗਿਆ, ਗੁਰ ਚਾਨਣ ਗਿਆਨ ਚਿਰਾਗ। ਜਨ ਨਾਨਕ ਜੀਵੇ ਦੇਖ ਹਰ, ਇੱਕ ਨਿਮਖ ਘੜੀ ਮੁਖ ਲਾਗ। ਇਹ ਤੀਸਰੇ ਪਾਤਸ਼ਾਹ ਜੀ, ਚੌਥੇ ਪਾਤਸ਼ਾਹ ਜੀ ਦਾ ਸ਼ਬਦ ਹੈ। ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦਾ ਸ਼ਬਦ ਹੈ। ਗੁਰੂ ਸਾਹਿਬ ਕਹਿੰਦੇ ਗਾਓ। ਬਾਣੀ ਵੀ ਸਾਨੂੰ ਗਾਣ ਨੂੰ ਕਹਿੰਦੀ ਹੈ। ਗੁਰੂ ਗ੍ਰੰਥ ਸਾਹਿਬ ਸਾਨੂੰ ਕਹਿੰਦੇ ਗਾਓ। ਗਾ ਕੇ ਹੀ ਬੜਾ ਕੁਛ ਪਾ ਸਕਦੇ ਹੋ। ਚਾਹੇ ਜਿਹੜੇ ਮਰਜ਼ੀ ਰਾਗ ਚ ਗਾ ਲਓ, ਬਿਲਾਵਲ ਚ ਗਾ ਲਓ, ਸੂਹੀ ਚ ਗਾ ਲਓ, ਗੁਜਰੀ ਚ ਗਾ ਲਓ, ਕਿਸੇ ਚ ਗਾ ਲਓ, ਪਰ ਗਾਉਣਾ ਕਿਹਨੂੰ ਅਸੀਂ? ਲੋਕ ਚਾਹੇ ਕਿਸੇ ਨੂੰ ਗਾਉਣਾ, ਲੋਕ ਝੂਠ ਨੂੰ ਗਾਉਂਦੇ, ਪਰ ਅਸੀਂ ਏਕ ਓਂਕਾਰ ਹਰ ਜਿਹੜਾ ਸੱਚ ਹੈ ਉਹਨੂੰ ਗਾਉਣਾ ਹੈ। ਬਸ ਜਿਹਨੂੰ ਉਸ ਪਰਮਾਤਮਾ ਨੂੰ ਗਾਉਣਾ ਆ ਗਿਆ, ਉਹ ਮਿੱਟੀ ਤੋਂ ਸੋਨਾ ਬਣ ਜਾਂਦਾ ਹੈ। ਪਰ ਅੱਜ ਦੁਨੀਆ ਕਿਹਨੂੰ ਗਾ ਰਹੀ ਹੈ? ਕੂੜ ਨੂੰ ਗਾ ਰਹੀ ਹੈ, ਤੇ ਕੂੜ ਹੀ ਬਣਦੀ ਜਾ ਰਹੀ ਹੈ। ਸੋਨੇ ਤੋਂ ਮਿੱਟੀ ਬਣਦੇ ਜਾ ਰਹੇ ਅਸੀਂ। ਪਦਾਰਥਾਂ ਨੂੰ ਗਾ ਰਿਹਾ, ਕੋਈ ਆਦਮੀਆਂ ਨੂੰ ਗਾ ਰਿਹਾ। ਜ਼ਿਆਦਾਤਰ ਅੱਜ ਲੜਕੀਆਂ ਤੇ ਇਸਤਰੀ ਤੇ ਗੀਤ ਗਾਏ ਜਾਂਦੇ ਆ। ਉਹਦੇ ਨਾਲ ਫਿਰ ਕੀ ਹੁੰਦਾ? ਕਾਮੀ ਕ੍ਰੋਧੀ ਹੀ ਬਣਦਾ ਹੈ। ਪਰ ਗੁਰੂ ਸਾਹਿਬ ਕਹਿੰਦੇ ਜੇ ਉਸ ਹਰ ਪ੍ਰਭ ਜਿਹੜਾ ਸਭ ਤੋਂ ਉੱਤਮ ਹੈ, ਸਭ ਨੂੰ ਬਣਾਉਣ ਵਾਲਾ ਹੈ, ਜੇ ਉਹਨੂੰ ਗਾਓਗੇ, ਗੁਰੂ ਸਾਹਿਬ ਕਹਿੰਦੇ ਤੁਹਾਡੇ ਭਾਗ ਖੁੱਲ ਜਾਣਗੇ। ਕਿਸਮਤ ਬਣ ਜਾਊਗੀ ਤੁਹਾਡੀ ਜੇ ਕਿਤੇ ਉਹਨੂੰ ਗਾਉਣਾ ਆ ਗਿਆ।
पर उस नूं गाउण वास्ते पूरे गुरु का उपदेश सुनना पैंदा, बाणी नूं उचारना पैंदा, समझना पैंदा है। फिर उस उपदेश नूं सुनना हुंदा ते मनना हुंदा। फिर समझ आउंदी भी हर उत्तम एडा वड्डा है जिहदे तो सब कुछ पैदा होया, उहनूं गाउणा है। जे किसी आदमी नूं उहनूं गाउणा आ गया, किस्मत वाला बन जाऊगा। वो आदमी डरपोक तो निडर बन जाऊगा, कामी तो संयम वाला बन जाऊगा, लोभी कुत्ते तो संतोख वाला बन जाऊगा। पहला औगण भरे सी तो गुण आ जाएंगे, इन्ना बदलाव आ जाना है। पर गुरु साहब कहते होर किसी नूं गाओगे इहदे बदले, फिर तो गुरु साहब कहते कामी क्रोधी लोभी हंकारी भी बनते जाओगे। फर्क सिर्फ गाउण दा है, गाया किवें ते गाया किहनूं, यही खेड है। गुरु साहब कहते जिहड़ा राग तुहानूं चंगा लगदा उस राग च गा लो। वारां दी बाणी उच्ची सुर च हुंदी है, गुरु साहब कहते उच्ची सुर च उहनूं गा लो, फिर की है। सारे सूफी गायक सी वो परमात्मा नूं गाउंदे सी, बुल्ले शाह होरी सारे उहनूं गाउंदे सी, बस ਉਹਦੇ ਨਾਲ जुड़ जाते सी। अज भी सानू ਉਹਨੂੰ गा के ਉਹਦੇ ਨਾਲ जुड़ना है, गाए तो बिना नहीं जुड़ सकते। ਉਹਦੇ गुण गाने है, सित सलाह करनी है, कीर्तन गाना है, ताकि साडा ਉਹਦੇ ਨਾਲ प्यार बन जाए। पर गुरु साहब कहते बिलावल राग च गा ला, पर वो श्रेष्ठ परमात्मा के गुण गाने। 31 राग दिते गुरु साहब ने, जिहड़े मर्जी राग च गा लो, नहीं है तो बिना राग तो जिहा गाया जांदा उं गा लो, पर गायो उसने मालिक नूं, तू ही ये भी तेरा आ भी तेरा। उसे नहीं गाना है बस, सच्चे साहिबा क्या नाही कर तेरे, करता तेरे सब कुछ है, जिस दोए सो पावे। असीं उस मालिक नूं गा लिया, सच्चे साहिब नूं गा लिया, उहदे नाल गल्लां कर लिया। पर गुरु साहब कहते तुहानूं उस हर दा समझ तां लगदी है जे पूरे गुरु दे उपदेश सुनोगे ते मनोगे। ते जिदन पूरे गुरु दा उपदेश मन च वस गया, बाणी समझ आ गई, पूरे गुरु दे उपदेश गुरु ग्रंथ साहब च दर्ज है। बस इहनूं असीं समझना ते मनना है, ते बाणी फिर सारी जिहड़ी मर्जी बाणी पढ़ लो, हरेक बाणी परमात्मा नूं सिमरन करना सिखा रही है। सुखनी साहब भी शुरू ही इत्थों हुंदे आ, सिमरो सिमर सिमर सुख पाओ, कल कलेश तन माहे मटाओ। गुरु साहब कहते उस परमात्मा नूं सिमर सिमर के कल कलेश मटा लोगे। पर जे परमात्मा की बजाय होर किसी नूं गाओगे, कल कलेश वधदे भी जाणगे। कल कलेश अज वध रहा, अज गुरु दा सिख ही कूड़ा गाई जांदा, सुनी जांदा है, ते कूड़ा बनता जा रहा। फिर गुरु साहब कहते किन्ना चिर गाने हैं, गाने भी दिन रात है, नाले भी है। दिन रात परमात्मा के गुण गाने हैं, दिन रात कीर्तन करना होता। सब दिन रैन गुण उतरे, हर 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 और लिव लाग, मन तन हरिया होया, मन खिड़िया हरिया बाग। गुरु साहब कहते उस परमात्मा नूं दिन रात गा गा के उहदे अंदरों लिव ला लेनी है। जिहड़ी लिव साडी पहले दिन टुटी है, दोबारा लिव लाउणी है, उहनूं गा गा के लगदी है। जिवें उहनूं गा गा के लिव लगदी जांदी, अंदरों याद आउंदी जांदी है उस मालक दी। हरेक आदमी दा तन मन हरिया हो जांदा है। अज सुक्या पिया, अज सुक्का बाग है, ऐ हरिया भरिया बाग हो जाना है, विकास च आ जाना, मन तन आनंद च आ जाता है।
ਪਰ ਇਸ ਨੂੰ ਗੌਣਾ ਕਿਸੇ ਵੇਲੇ ਨੂੰ ਆਉਂਦਾ ਜਿਹੜਾ ਗੁਰੂ ਦਾ ਉਪਦੇਸ਼ ਸੁਣਦਾ ਤੇ ਮੰਨਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਅੱਖਰ ਅੱਖਰ ਗੁਰੂ ਦਾ ਉਪਦੇਸ਼ ਹੈ। ਹਰੇਕ ਚ ਕੁਛ ਨਾ ਕੁਛ ਸਮਝਾਇਆ ਗਿਆ ਸਾਨੂੰ। ਫਿਰ ਗੁੱਸਾ ਕਹਿੰਦੇ ਜਿਵੇਂ ਜਿਵੇਂ ਤੁਸੀਂ ਗੁਰੂ ਦਾ ਉਪਦੇਸ਼ ਸੁਣੋਗੇ, ਅਗਿਆਨ ਅੰਧੇਰਾ ਮਿਟ ਗਿਆ, ਗੁਰ ਚਾਨਣ ਗਿਆਨ ਚਿਰਾਗ। ਗੁਰੂ ਫਿਰ ਤੁਹਾਨੂੰ ਇੱਕ ਚਿਰਾਗ ਦੇਊਗਾ, ਦੀਵਾ ਦੇਊਗਾ ਗਿਆਨ ਦਾ। ਗਿਆਨ ਦਾ ਦੀਵਾ ਵੀ ਕਹਿਤਾ, ਗਿਆਨ ਦਾ ਖੰਡਾ ਵੀ ਕਹਿ ਦਿੱਤਾ। ਖੜਗ ਗਿਆਨ ਲੈ ਜਮ ਸਿਉ ਲੂਜੇ, ਜਮਾਂ ਨਾਲ ਅਸੀਂ ਲੜਾਈ ਕਰਨੀ ਹੈ। ਗੁਰੂ ਦਾ ਗਿਆਨ ਲੈ ਕੇ ਅਗਿਆਨਤਾ ਦਾ ਹਨੇਰਾ ਖਤਮ ਹੁੰਦਾ, ਉਹਦੀ ਮੱਤ ਖਤਮ ਹੁੰਦੀ ਹੈ। ਪਰ ਅਸੀਂ ਪੜ੍ਹਦੇ ਬਾਣੀ ਜਾਂਦੇ ਹਾਂ, ਮੱਤ ਆਪਦੀ ਹੀ ਚੱਲੀ ਜਾਂਦੇ, ਗੁਰੂ ਦੀ ਮੱਤ ਨਹੀਂ ਆਈ ਸਾਡੇ ਕੋਲ। ਆਪਦੀ ਮੱਤ ਖਤਮ ਹੋਣੀ ਹੈ, ਗੁਰੂ ਦੀ ਮੱਤ ਆਉਣੀ ਹੈ। ਇਸ ਤਰ੍ਹਾਂ ਅਗਿਆਨਤਾ ਦਾ ਹਨੇਰਾ ਖਤਮ ਹੋਣਾ ਤੇ ਗੁਰਬਾਣੀ ਦਾ ਗਿਆਨ ਦਾ ਚਾਨਣ ਹੋਣਾ। ਗੁਰਬਾਣੀ ਨੇ ਹਿਰਦੇ 'ਚ ਵਸਣਾ ਸਾਡੇ। ਨਾਨਕ ਜੀਵੇ ਜਨ ਨਾਨਕ ਜੀਵੇ, ਦੇਖ ਹਰ ਇੱਕ ਨਿਮਖ ਘੜੀ ਮੁਖ ਲਾਗ। ਗੁਰੂ ਸਾਹਿਬ ਕਹਿੰਦੇ ਜੇ ਕਿਤੇ ਤੁਹਾਨੂੰ ਇੱਕ ਪਲ ਵੀ ਉਸ ਪਰਮਾਤਮਾ ਦੀ ਸਮਝ ਲੱਗ ਗਈ, ਇੱਕ ਘੜੀ ਵੀ ਉਹਦੇ ਦਰਸ਼ਨ ਹੋ ਗਏ, ਸਮਝ ਆ ਗਈ, ਗੁਰੂ ਸਾਹਿਬ ਕਹਿੰਦੇ ਫਿਰ ਸਾਰੀ ਉਮਰ ਹੀ ਉਹਨੂੰ ਯਾਦ ਕਰਦਾ ਰਹਿੰਦਾ। ਬਸ ਇੱਕ ਵਾਰੀ ਉਹਦੀ ਯਾਦ ਆਉਣੀ ਜ਼ਰੂਰੀ ਹੈ। ਜਦੋਂ ਇਸ ਤਰ੍ਹਾਂ ਬਾਣੀ ਰਾਹੀਂ ਉਸ ਪਰਮਾਤਮਾ ਦੀ ਸਮਝ ਆ ਜਾਂਦੀ ਹੈ, ਮਨ ਜਾਗ ਪੈਂਦਾ ਹੈ। ਇੱਕ ਕਣਕਾ ਹੀ ਵਾਧੂ ਉਹਦੇ ਨਾਮ ਦਾ, ਫਿਰ ਤਾਂ ਮਨ ਆਦਾ ਹੀ ਬਸ ਮੇਰਾ ਤਾਂ ਉਹੀ ਹੈ, ਹੋਰ ਕੋਈ ਨਹੀਂ ਹੈ। ਇਹ ਸਭ ਮਨ ਦੀ ਜਾਗ ਹੈ। ਮਨ ਗੁਰੂ ਦੇ ਗਿਆਨ ਤੋਂ ਬਿਨਾਂ ਨਹੀਂ ਜਾਗਦਾ। ਪਰ ਗੁਰੂ ਦਾ ਗਿਆਨ ਤਾਂ ਆਉਂਦਾ ਜੇ ਅਸੀਂ ਬਾਣੀ ਨੂੰ ਵੱਧ ਤੋਂ ਵੱਧ ਵਿਚਾਰੀਏ, ਸ਼ਬਦ ਵਿਚਾਰ ਕਰੀਏ। ਫਿਰ ਗੁਰੂ ਸਾਹਿਬ ਕਹਿੰਦੇ ਨਾਮ ਆ ਜਾਂਦਾ ਹੈ। ਫਿਰ ਨਾਮ ਖਤਮ ਨਹੀਂ ਹੋ ਸਕਦਾ, ਵੱਧਦਾ ਹੀ ਹੈ। ਮਹੱਲਾ ਤੀਜਾ। ਬਿਲਾਵਲ ਤਬ ਹੀ ਕੀਜੀਏ, ਜਬ ਮੁਖ ਹੋਵੇ ਨਾਮ। ਰਾਗ ਨਾਦ ਸ਼ਬਦ ਸੋਹਣੇ, ਜਾ ਲਾਗੇ ਸਹਿਜ ਧਿਆਨ। ਰਾਗ ਨਾਦ ਛੋੜ ਹਰ ਸੇਵੀਏ, ਤਾਂ ਦਰਗੇ ਪਾਈਏ ਮਾਨ। ਨਾਨਕ ਗੁਰਮੁਖ ਬ੍ਰਹਮ ਵਿਚਾਰੀਏ, ਚੁੱਕੇ ਮਨ ਅਭਿਮਾਨ। ਗੁਰੂ ਸਾਹਿਬ ਨੇ ਇਸ ਸ਼ਲੋਕ ਦੇ ਵਿੱਚ ਬੜਾ ਕੁਝ ਸਾਨੂੰ ਸਮਝਾ ਦਿੱਤਾ, ਪਰ ਸਮਝ ਫਿਰ ਵੀ ਨਹੀਂ ਸਾਨੂੰ ਆਉਂਦੀ। ਗੁਰੂ ਸਾਹਿਬ ਕਹਿੰਦੇ ਰਾਗ ਗਾਉਣ ਨੂੰ ਬੜੇ ਗਾਈ ਜਾਂਦੇ, ਕੋਈ ਬਿਲਾਵਲ ਗਾ ਰਿਹਾ, ਕੋਈ ਕਿਸੇ ਰਾਗ 'ਚ ਗਾ ਰਿਹਾ, ਕੋਈ ਕਿਸੇ 'ਚ ਗਾ ਰਿਹਾ। ਪਰ ਗੁਰੂ ਸਾਹਿਬ ਕਹਿੰਦੇ ਗਾਉਣਾ ਕਿਉਂ, ਤੁਹਾਨੂੰ ਇਹ ਪਤਾ ਹੋਵੇ। ਕੀਰਤਨ ਕਰਨਾ ਅਸੀਂ ਕਾਹਦੇ ਵਾਸਤੇ ਕਰਨਾ? ਪਰਮਾਤਮਾ ਨੂੰ ਗਾਉਣਾ, ਉਹਦੇ ਗੁਣ ਗਾਣੇ, ਸਿਫਤ ਸਲਾਹ ਕਰਨੀ। ਕਿਉਂ ਗਾਣੇ ਹੈ? ਤਾਂ ਕਿ ਸਾਡੇ ਮਨ ਵਿੱਚ ਉਹਦਾ ਨਾਮ ਵਸ ਜਾਵੇ, ਉਹਦੀ 24 ਘੰਟੇ ਸਾਨੂੰ ਯਾਦ ਆਉਣ ਲੱਗ ਜਾਏ, ਤਾਂ ਅਸੀਂ ਉਹਦਾ ਕੀਰਤਨ ਕਰਨੇ, ਉਹਦੇ ਗਾਉਂਦੇ ਹਾਂ। ਗੁਰੂ ਸਾਹਿਬ ਕਹਿੰਦੇ ਰਾਗ ਗਾਓ ਬਹੁਤ ਵਧੀਆ, ਪਰ ਗਾਏ ਤਾਂ ਹੀ ਸੋਹਣੇ ਹੈ ਜੇ ਪੂਰਾ ਕੰਮ ਹੋ ਜਾਵੇ ਗਾ ਕੇ। ਜਿਸ ਕੰਮ ਵਾਸਤੇ ਗਾਏ ਉਹ ਕੰਮ ਹੀ ਨਾ ਹੋਇਆ ਤਾਂ ਗੁਰੂ ਸਾਹਿਬ ਕਹਿੰਦੇ ਫਿਰ ਕੀ ਹੋ ਗਿਆ, ਫਿਰ ਤਾਂ ਰਹਿ ਗਏ। ਬੱਚਾ ਪੜ੍ਹਾਈ ਪੜ੍ਹਦਾ, ਕੋਈ ਵੱਡਾ ਅਫਸਰ ਲੱਗਣ ਵਾਸਤੇ ਬੱਚਾ ਪੜ੍ਹ ਵੀ ਲੈਂਦਾ, ਉਹ ਲੱਗਦਾ ਨਹੀਂ, ਅਸੀਂ ਆਂਦੇ ਭਾਈ ਤੇਰੇ ਪੜ੍ਹਾਈ ਕੰਮ ਨਹੀਂ ਆਈ। ਇਵੇਂ ਗੁਰੂ ਸਾਹਿਬ ਕਹਿੰਦੇ ਰਾਗ ਨਾਦ ਗਾਓ ਬਹੁਤ ਵਧੀਆ, ਪਰ ਗਾਏ ਤਾਂ ਹੀ ਸੋਹਣੇ, ਤਾਂ ਹੀ ਸਫਲ ਹੈ। ਜਾਂ ਲਾਗੇ ਸਹਿਜ ਧਿਆਨ। ਹੁਣ ਪਰਮਾਤਮਾ ਦੇ ਗੁਣ ਕਾਹਦੇ ਵਾਸਤੇ ਗਾਉਣੇ ਆ? ਕੀਰਤਨ ਗਾਣਾ ਹੈ, ਸਿਫਤ ਸਲਾਹ ਕਰਨੀ ਹੈ, ਗਾਉਣੇ ਵੀ ਦਿਨ ਰਾਤ, ਤਾਂ ਕਿ ਸਾਡਾ ਅੰਦਰੋਂ ਹੀ ਸਹਿਜ ਨਾਲ ਮਨ ਲੱਗ ਜਾਵੇ, ਪਰਮਾਤਮਾ ਦਾ ਧਿਆਨ ਲੱਗ ਜਾਵੇ, ਸਾਡੇ ਮੁਖੋਂ ਵੀ ਪਰਮਾਤਮਾ ਦਾ ਨਾਮ ਹੀ ਨਿਕਲ ਲੱਗ ਜਾਵੇ। ਗੁਰੂ ਸਾਹਿਬ ਦੇ ਇਹ ਜਿਹੇ ਤਰੀਕੇ ਨਾਲ ਕਰੋ, ਫਿਰ ਸਫਲ ਹੈ, ਐਵੇਂ ਨਹੀਂ। ਪਰ ਗੁਰੂ ਸਾਹਿਬ ਕਹਿੰਦੇ ਜੇ ਤੂੰ ਆਖੇ ਮੈਂ ਇਕੱਲਾ ਰਾਗ 'ਚ ਬੜਾ ਵਧੀਆ ਗਾ ਲਿਆ, ਲੋਕਾਂ ਨੇ ਕਹਿਤਾ ਬੜਾ ਵਧੀਆ ਗਾਇਆ, ਪਰ ਅੰਦਰੋਂ ਪਤਾ ਨਹੀਂ ਕਿਹਨੂੰ ਗਾਇਆ, ਕਿਉਂ ਗਾਇਆ, ਪਰਮਾਤਮਾ ਦੀ ਯਾਦ ਨਹੀਂ ਆਈ, ਤਾਂ ਗੁਰੂ ਸਾਹਿਬ ਕਹਿੰਦੇ ਫਿਰ
ਰਾਗ ਗਾਉਣੇ ਵੀ ਛੱਡਦੇ ਭਾਵਾਂ। ਕੀ ਕਹਿੰਦੇ? ਰਾਗ ਨਾਦ ਸ਼ਬਦ ਸੋਹਣੇ ਜਾਂ ਲਾਗੇ ਸਹਿ ਧਿਆਨ। ਹੁਣ ਸਾਨੂੰ ਇਹ ਪਤਾ ਵੀ ਕੀਰਤਨ ਮੈਂ ਗਾ ਰਿਹਾ, ਗਾਣਾ ਹੈ, ਵਾਹਿਗੁਰੂ ਵਾਹਿਗੁਰੂ ਬੋਲ ਰਿਹਾ ਭਾਵਾਂ ਬਿਨਾਂ ਸਾਜਾਂ ਤੋਂ ਬੋਲ ਰਿਹਾ, ਕੱਲੀ ਜ਼ੁਬਾਨ ਨਾਲ ਹੀ ਬੋਲ ਰਿਹਾ। ਪਰ ਇਹ ਵਾਹਿਗੁਰੂ ਬੋਲਿਆ ਅੰਦਰੋਂ ਸਹਿਜ ਨਾਲ ਧਿਆਨ ਲੱਗਣਾ ਚਾਹੀਦਾ, ਨਾਮ ਆਉਣਾ ਚਾਹੀਦਾ, ਫਿਰ ਅਸੀਂ ਸਫਲ ਹੈ। ਨਹੀਂ ਤਾਂ ਗੁਰੂ ਸਾਹਿਬ ਕਹਿੰਦੇ ਮੁਖੋ ਹਰ ਹਰ ਸਭ ਕੋ ਕਹੇ। ਪਰ ਗੁਰੂ ਸਾਹਿਬ ਕਹਿੰਦੇ ਮੁਖੋਂ ਕਹਿੰਦੇ ਰਹਿੰਦੇ, ਪਰ ਹਿਰਦੇ ਵਿਰਲੇ ਵਸਾਏ। ਜਦੋਂ ਹਿਰਦੇ 'ਚ ਵਸੂ ਉਦੋਂ ਸਫਲ ਹੋਵਾਂ। ਹਿਰਦੇ 'ਚ ਵਸਾਉਣ ਵਾਸਤੇ ਮੁਖੋਂ ਬੋਲੇ ਤੇ ਮੁਖੋਂ ਬੋਲਣਾ ਵੀ ਪੈਣਾ ਹੈ। ਪਰ ਦੂਜੇ ਪਾਸੇ ਗੁਰੂ ਸਾਹਿਬ ਕਹਿੰਦੇ ਜੇ ਜ਼ਬਾਨ ਤੁਹਾਡਾ ਆਪਦੇ ਗੀਤ ਨਹੀਂ ਗਾਉਂਦੀ ਤਾਂ ਵੀ ਨਾ ਵੱਢ ਦਿਓ। ਫਿਰ ਗਾਉਣਾ ਵੀ ਹੈ, ਪਰ ਗਾ ਗਾ ਕੇ ਅਗਲੀ ਕਲਾਸ 'ਚ ਵੀ ਜਾਣਾ। ਧਿਆਨ ਵੀ ਹੋਵੇ ਮੈਨੂੰ ਕਾਹਦੇ ਵਾਸਤੇ ਮੈਂ ਗਾ ਰਿਹਾ। ਪਰ ਮੈਂ ਤਾਂ ਇਹਨੂੰ ਬਿਜ਼ਨਸ ਬਣਾ ਲਿਆ ਵੀ ਇੰਨੇ ਪੈਸੇ ਕਮਾਉਣੇ ਆ ਤਾਂ ਕੀਰਤਨ ਕਰਨਾ। ਜੇ ਘੱਟ ਪੈਸੇ ਮਿਲੇ ਮੈਂ ਕੀਰਤਨ ਹੀ ਛੱਡ ਦੂੰਗਾ। ਛੱਡ ਦਿੱਤੇ ਲੋਕਾਂ ਨੇ। ਕਿਉਂ? ਕਹਿੰਦੇ ਸਾਨੂੰ ਪੈਸੇ ਨਹੀਂ ਦਿੱਤੇ। ਪੈਸੇ ਨਹੀਂ ਮਿਲਨੇ ਤਾਂ ਸਾਰੀ ਦੁਨੀਆ ਦਾ ਮਾਲਕ ਮਿਲਣਾ ਸਾਨੂੰ। ਕੀਰਤਨ ਗਾ ਕੇ ਤਾਂ 9 ਨਿਧੀਆਂ 18 ਸਿੱਧੀਆਂ ਸਾਡੇ ਪੈਰਾਂ 'ਚ ਡਿੱਗਰੀਆਂ ਆ ਗਏ। ਗਾਉਣਾ ਤੋਂ ਉਸ ਮਾਲਕ ਨੂੰ ਹੈ। ਇੱਛਾਵਾਂ ਕਿਸੇ ਮੇਰੇ ਵਰਗੇ ਨਿਕੰਮੇ ਤੇ ਰੱਖੀ ਬੈਠਾ ਹੈ ਕਿ ਇਹ ਮੈਨੂੰ ਕੁਛ ਦੇਊਗਾ। ਇਹ ਨਹੀਂ ਹੋ ਸਕਦਾ। ਗੁਰੂ ਸਾਹਿਬ ਦੇ ਗਾ ਸੇਵਾ ਕਰਤ ਹੋਏ ਨ ਕਾਮੀ ਤਿਸੇ ਪ੍ਰਾਪਤ ਹੋਏ ਸੁਆਮੀ। ਗੁਰੂ ਸਾਹਿਬ ਕਹਿੰਦੇ ਦੁਨੀਆ ਦੀ ਕਾਮਨਾ ਲੈ ਕੇ ਨਾ ਗਾਈ, ਲੋਕਾਂ ਦੀ ਵਾਹ ਖੱਟਣ ਵਾਸਤੇ ਨਾ ਗਾਈ, ਪੈਸੇ ਕਮਾਉਣ ਦੀ ਖਾਤਰ ਨਾ ਗਾਈ। ਤੂੰ ਪਰਮਾਤਮਾ ਨਾਲ ਮਿਲਾਪ ਹੋਣਾ ਤੇਰਾ, ਤੈਨੂੰ ਪਰਮਾਤਮਾ ਸਵਾਮੀ ਪ੍ਰਾਪਤ ਹੋਣਾ ਜੇ ਇੱਕ ਹੋਰ ਕਾਮਨਾ ਨਹੀਂ ਰੱਖੇਗਾ। ਇਸ ਕਰਕੇ ਇਸ ਸ਼ਬਦ ਤੋਂ ਸਾਨੂੰ ਕਲੀਅਰ ਹੋ ਗਿਆ ਵੀ ਰਾਗ ਨਾਦ ਗਾਉਣੇ ਹੈ, ਉਹਦੇ ਸਿਫਤਾਂ ਗਾਉਣੇ, ਕੀਰਤਨ ਗਾਉਣੇ, ਤਾਂ ਕਿ ਸਾਡਾ ਅੰਦਰੋਂ ਪਰਮਾਤਮਾ ਨਾਲ ਧਿਆਨ ਲੱਗ ਜਾਵੇ, 24 ਘੰਟੇ ਦੀ ਯਾਦ ਆਉਣ ਲੱਗ ਜਾਏ। ਇਸ ਵਾਸਤੇ ਕੀਰਤਨ ਗਾਉਣਾ ਹੈ, ਗੁਣ ਗਾਉਣੇ ਹੈ, ਸੋਲੇ ਗਾਉਣੇ ਹੈ, ਸਿਫਤਸਲਾ ਗਾਉਣੀ ਹੈ ਉਹਦੀ। ਫਿਰ ਗੁਰੂ ਸਾਹਿਬ ਦੇ ਰਾਗ ਨਾਦ ਛੋੜ ਹਰ ਸੇਵੀ। ਤਾਂ ਲਿਖਿਆ ਗੁਰੂ ਸਾਹਿਬ ਨੇ ਦਰਗੇ ਪਾਈ ਮਾਨ। ਗੁਰੂ ਸਾਹਿਬ ਕਹਿੰਦੇ ਇਕੱਲੇ ਰਾਗਾਂ 'ਚ ਹੀ ਸੁਰਾਂ ਹੀ ਮਿਲਾਉਂਦਾ ਰਹਿ ਜਾਏਗਾ, ਤੈਨੂੰ ਪਤਾ ਹੀ ਨਹੀਂ ਲੱਗਿਆ ਕੀ ਕਰਨਾ ਸੀ। ਇਹ ਤਾਂ ਗੁਰੂ ਸਾਹਿਬ ਰਾਗ ਨਾਦ ਛੱਡ ਕੇ ਕਿਰਤਕਾਰ ਕਰਦੇ ਆ, ਪਰਮਾਤਮਾ ਨੂੰ ਯਾਦ ਕਰਨਾ ਸਿੱਖ ਲਾ। ਪਰਮਾਤਮਾ ਨੂੰ ਯਾਦ ਕਰਨ ਵਾਸਤੇ ਇੱਕ ਸਾਧਨ ਹੈ ਵੀ ਉਹਦੇ ਨਾਲ ਗਾਉਣਾ ਸੌਖਾ ਹੁੰਦਾ। ਬਸ ਸਾਜ਼ਾਂ ਨਾਲ ਉਹਨੂੰ ਗਾਉਣਾ ਸੌਖਾ, ਹੋਰ ਬਸ ਕੁਛ ਨਹੀਂ। ਪਰ ਗਾ ਕੇ ਹੀ ਉਹਦੇ ਨਾਲ ਮਨ ਜੁੜਦਾ ਹੈ। ਪਰ ਗਾਉਣਾ ਅਸੀਂ ਉਸ ਪਰਮਾਤਮਾ ਨੂੰ ਪਾਉਣ ਵਾਸਤੇ, ਉਹਨੂੰ ਮਨ ਜੋੜਨ ਵਾਸਤੇ ਗਾਉਣਾ ਹੈ। ਪਰ ਅਸੀਂ ਅੱਜ ਗਾਉਣ ਦਾ ਸਾਨੂੰ ਪਤਾ ਹੀ ਨਹੀਂ। ਗੁਰੂ ਸਾਹਿਬ ਦੇ ਗਾਓ, ਵਧੀਆ ਗਾਓ, ਜਿਵੇਂ ਮਰਜ਼ੀ ਗਾ ਲਓ। ਗੁਰੂ ਸਾਹਿਬ ਕਹਿੰਦੇ, ਪਰ ਕਹਿੰਦੇ ਆਹ ਰਾਗ ਨਾਦ ਛੋੜ ਹਰ ਸੇਵੀਏ। ਪਰਮਾਤਮਾ ਦੇ ਗੁਣ ਗਾਣੇ, ਉਹਦੀਆਂ ਸਿਫਤਾਂ ਕਰਨੀਆਂ, ਤਾਂ ਦਰਗੇ ਪਾਈਏ ਮਾਨ। ਫਿਰ ਗੁਰੂ ਸਾਹਿਬ ਕਹਿੰਦੇ ਭਾਈ ਪਰਮਾਤਮਾ ਦੀ ਸੇਵਾ ਕਰਨੀ ਆ, ਉਹਦੇ ਗੁਣ ਗਾਣ ਕਰਨੇ, ਉਹਦੀਆਂ ਸਿਫਤਾਂ ਗਾਉਣੀਆਂ, ਉਹਦਾ ਕੀਰਤਨ ਗਾਉਣਾ। ਜੇ ਪਰਮਾਤਮਾ ਦੀ ਸੇਵਾ ਨਹੀਂ ਕੀਤੀ, ਉਹਨੂੰ ਨਹੀਂ ਗਾਇਆ, ਤਾਂ ਗੁਰੂ ਸਾਹਿਬ ਕਹਿੰਦੇ ਤੁਹਾਡਾ ਗਾਇਆ ਸਫਲ ਨਹੀਂ ਹੈ। ਤੇ ਦਰਗੇ ਮਾਨਤਾ ਤਾਂ ਹੀ ਹੋਊਗਾ ਜੇ ਪਰਮਾਤਮਾ ਦੇ ਗੁਣ ਗਾਣੇ ਆ ਜਾਣ। ਨਾਨਕ ਗੁਰਮੁਖ ਬ੍ਰਹਮ ਵਿਚਾਰੀਏ ਚੁੱਕੇ ਮਨ ਅਭਿਮਾਨ। ਪਰ ਗੁਰੂ ਸਾਹਿਬ ਕਹਿੰਦੇ ਗੁਰੂ ਦੇ ਸਿੱਖ ਨੂੰ ਹੀ ਗਾਉਣਾ ਹੁੰਦਾ ਹੈ। ਉਹ ਬਾਣੀ ਨੂੰ ਸਮਝਦਾ, ਬਾਣੀ ਨੂੰ ਸਮਝ ਕੇ ਗਿਆਨ ਲੈ ਕੇ ਉਹਦਾ ਹੰਕਾਰ ਹਉਮੈ ਖਤਮ ਹੁੰਦੀ ਹੈ। ਬਾਣੀ ਪੜ੍ਹ ਕੇ ਹਉਮੈ ਹੰਕਾਰ ਖਤਮ ਹੋ ਗਈ। ਜਿਵੇਂ ਜਿਵੇਂ ਹਉਮੈ ਹੰਕਾਰ ਖਤਮ ਹੁੰਦੀ ਜਾਂਦੀ ਹੈ, ਪਰਮਾਤਮਾ ਮਨ 'ਚ ਵਸਦਾ ਜਾਂਦਾ ਹੈ। ਪਰ ਜਿੰਨਾ ਚਿਰ ਹਉਮੈ ਹੰਕਾਰ ਨਹੀਂ ਹੁੰਦੀ, ਪਰਮਾਤਮਾ ਨਾਲ ਧਿਆਨ ਨਹੀਂ ਲੱਗਣਾ, ਨਾਮ ਨਹੀਂ ਮਿਲਦਾ ਹਉਮੈ ਵਾਲੇ ਨੂੰ। ਬਾਣੀ ਪੜ੍ਹ ਕੇ ਸਾਡੀ ਹਉਮੈ ਖਤਮ ਹੋਣੀ ਚਾਹੀਦੀ ਹੈ। ਜੇਕਰ ਮੈਂ ਰੋਜ਼ ਬਾਣੀ ਪੜ੍ਹਦਾ
जे हमें हंकार नहीं खत्म होया तो मेरा पढ़ने का कोई तरीका गलत है। ਇਹਦਾ मतलब ये भी नहीं बाणी नहीं पढ़नी। गुरु साहब का तरीका बदलो, इस तरीके ना पढ़ो बाणी, विचार करो ताकि ਤੁਹਾਡੀ होमे हंकार खत्म हो जाए, ਤੁਹਾਨੂੰ ਉਹਦੇ ਹੁਕਮ ਦੀ ਸਮਝ ਆ ਜਾਵੇ। ਜਦੋਂ ਹੁਕਮ ਨੂੰ ਬੁੱਝਦੇ ਉਦੋਂ ਹੋਮੇ ਖਤਮ ਹੁੰਦੀ ਹੈ। ਹੁਕਮ ਨੂੰ ਬੁੱਝ ਕੇ ਹੀ ਸੁਖ ਪਾਇਆ ਜਾਂਦਾ ਹੈ, ਕਿਉਂਕਿ ਹੋਮੇ ਖਤਮ ਹੁੰਦੀ ਹੈ ਹੁਕਮ ਬੁੱਝ ਕੇ। ਹੁਕਮ ਬੋਝ ਸੁਖ ਪਾਇਆ ਰੇ। ਇਸ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਭਾਈ ਗੁਰੂ ਦਾ ਸਿੱਖ ਫਿਰ ਬਾਣੀ ਪੜ੍ਹ ਕੇ ਬ੍ਰਹਮ ਦੀ ਵਿਚਾਰ ਕਰਦਾ। ਬ੍ਰਹਮ ਕੌਣ ਹੈ? ਇੱਕ ਓਂਕਾਰ, ਜਿਹੜਾ ਸਾਰੇ ਬ੍ਰਹਮੰਡ ਨੂੰ ਬਣਾਉਣ ਵਾਲਾ ਤੇ ਚਲਾਉਣ ਵਾਲਾ ਹੈ। ਉਹਦੇ ਬਾਰੇ ਵਿਚਾਰ ਕਰਨੀ ਵੀ ਉਹਦਾ ਦਰ ਕਿਹੋ ਜਿਹਾ, ਕਿੱਥੇ ਬੈਠ ਕੇ ਸਾਰੀ ਦੁਨੀਆ ਨੂੰ ਚਲਾ ਰਿਹਾ, ਉਹ ਆਪ ਕਿਹੋ ਜਿਹਾ, ਦਿਖਦਾ ਕਿਉਂ ਨਹੀਂ, ਸਾਹਮਣੇ ਕਿਉਂ ਨਹੀਂ ਆਉਂਦਾ। ਗੁਰੂ ਸਾਹਿਬ ਕਹਿੰਦੇ ਸਾਹਮਣੇ ਆ ਜੇ ਤੁਹਾਡੇ। ਪਰ ਗੁਰਮੁਖ ਬਣ ਕੇ ਬ੍ਰਹਮ ਵਿਚਾਰ ਕਰੋ। ਇਹ ਬਾਣੀ ਸਾਰੀ ਬ੍ਰਹਮ ਵਿਚਾਰ ਹੈ। ਲੋਕਾਂ ਪਾਣੇ ਗੀਤ ਹੈ, ਇਹ ਤਾਂ ਬ੍ਰਹਮ ਵਿਚਾਰ। ਇੱਕ ਓਂਕਾਰ ਹਰੀ ਦੀਆਂ ਕਹਾਣੀਆਂ, ਬ੍ਰਹਮ ਦੀਆਂ ਕਹਾਣੀਆਂ ਇਹਦੇ ਚ, ਉਹਦੇ ਨਾਲ ਬਾਣੀ ਜੋੜ ਰਹੀ ਹੈ ਸਾਨੂੰ। ਪੌੜੀ ਗੁਰੂ ਸਾਹਿਬ ਕਹਿੰਦੇ ਆ, ਪਰਮਾਤਮਾ ਬਾਰੇ ਦੱਸ ਰਹੇ ਆ, ਤੂੰ ਹਰ ਪ੍ਰਭ ਆਪ ਅਗੰਮ ਹੈ, ਸਭ ਤੁਧ ਉਪਾਇਆ, ਤੂੰ ਆਪੇ ਆਪ ਵਰਤਦਾ, ਸਭ ਜਗਤ ਸੁਭਾਇਆ, ਤੁਧ ਆਪੇ ਤਾੜੀ ਲਾਈਏ, ਆਪੇ ਗੁਣ ਗਾਇਆ, ਹਰ ਧਿਆਵੋ ਭਗਤੋ ਦਿਨ ਰਾਤ, ਅੰਤ ਲੈ ਛੁਡਾਇਆ, ਜਿਨ ਸੇਵਿਆ ਤਿਨ ਸੁਖ ਪਾਇਆ, ਹਰ ਨਾਮ ਸਮਾਇਆ। ਗੁਰੂ ਸਾਹਿਬ ਕਹਿੰਦੇ ਤੁਸੀਂ ਸਾਰੇ ਭਗਤੋਂ ਵੀ ਭਗਤ ਬਣ ਜਾਓ, ਪਰ ਭਗਤ ਤਾਂ ਹੀ ਬਣੋਗੇ ਹਰ ਨੂੰ ਧਿਆਉਣਾ ਸਿੱਖੋਗੇ। ਪਰ ਗਾਉਣਾ ਵੀ ਉਹਨੂੰ ਦਿਨ ਰਾਤ ਹੈ, ਦਿਨ ਰਾਤ ਉਹਨੂੰ ਗਾਉਣਾ ਸਿੱਖਾਂਗੇ। ਸੁੱਤੇ ਪਏ ਵੀ ਉਹਨੂੰ ਗਾਉਣਾ ਆ ਜਾਂਦਾ ਹੈ, ਉਸ ਨੂੰ ਫਿਰ ਅੰਤ ਨੂੰ ਛੁਡਾ ਹੀ ਲੈਂਦਾ ਹੈ, ਕਿਉਂਕਿ ਆਪ ਹੀ ਸਭ ਥਾਂ ਵਰਤ ਰਿਹਾ ਹੋ। ਇਹ ਅਕਾਲ ਪੁਰਖ ਇੱਕ ਓਂਕਾਰ, ਆ ਸੱਚ ਗਾ ਸੱਚ, ਇਹ ਹਰੀ ਹੀ ਰਾਮ, ਤੂੰ ਹੀ ਸਭ ਜੀਆਂ ਵਿੱਚ ਦਾ ਮਾਲਕ ਹੈ ਤੇ ਸਭ ਜੀਏ ਤੂੰ ਹੀ ਪੈਦਾ ਕੀਤੇ ਹੈ। ਪਰ ਸਾਡੀ ਪਹੁੰਚ ਤੋਂ ਬਾਹਰ ਵੀ ਹੈ, ਅਸੀਂ ਦੱਸ ਵੀ ਨਹੀਂ ਸਕਦੇ ਉਹ ਕਿਹੋ ਜਿਹਾ, ਕਿੱਡਾ ਵੱਡਾ ਹੈ। ਤੂੰ ਹਰ ਪ੍ਰਭ ਆਪ ਅਗੰਮ ਹੈ। ਅਗੰਮ ਪਤਾ ਅੱਗੇ ਤੋਂ ਅੱਗੇ ਪਹੁੰਚ ਹੈ, ਜਿਹਦੇ ਬਾਰੇ ਸੋਚ ਹੀ ਨਹੀਂ ਸਕਦੇ ਵੀ ਕਿੱਡਾ ਵੱਡਾ ਹੋਗਾ। ਤੂੰ ਸਭ ਜੀਆਂ ਦਾ ਮਾਲਕ ਹੈ, ਸਾਰੇ ਜੀ ਤੂੰ ਹੀ ਪੈਦਾ ਕੀਤੇ ਹੋਏ ਹੈ। ਪਰ ਤੂੰ ਜੀਵਾਂ ਦੀ ਪਹੁੰਚ ਤੋਂ ਪਰੇ ਹੈ, ਪਰ ਉਹਨਾਂ ਦੇ ਮਨ 'ਚ ਜ਼ਰੂਰ ਵਸ ਜਾਂਦਾ ਹੈ। ਤੇਰਾ ਅੰਤ ਨਹੀਂ ਲੱਭ ਸਕਦੇ ਕੋਈ। ਤੂੰ ਆਪੇ ਆਪ ਵਰਤਾ, ਸਭ ਜਗਤ ਸਵਾਇਆ, ਸਾਰਾ ਜਗਤ ਜੋ ਦੇਖ ਰਿਹਾ, ਹਰੇਕ ਕਣ ਕਣ ਦੇ ਵਿੱਚ ਵਸ ਰਿਹਾ। ਮਿੱਟੀ, ਹਵਾ, ਪਾਣੀ, ਧਰਤੀ, ਆਕਾਸ਼, ਸੂਰਜ, ਚੰਦਰਮਾ 'ਚ ਵਸ ਰਿਹਾ। ਜਿੰਨੇ ਜੀ ਜੰਤ ਹੈ ਉਹਨਾਂ 'ਚ ਵਸ ਰਿਹਾ, ਹਰੇਕ ਵਸਤੂ ਦੇ ਵਿੱਚ ਵਸ ਰਿਹਾ। ਆਪ ਹੀ ਆਪ ਹੈ, ਤੇ ਤੋਂ ਬਿਨਾਂ ਹੋਰ ਕੋਈ ਦੂਜਾ ਨਹੀਂ। ਤੁਧ ਆਪੇ ਤਾੜੀ ਲਾਈਏ, ਆਪੇ ਗੁਣ ਗਾਇਆ। ਤੂੰ ਸਾਰੇ ਜੀਆਂ 'ਚ ਆਪ ਬੈਠਾ, ਸਮਾਧੀ ਲਾਈ ਹੈ, ਸਭ ਨੂੰ ਚਲਾ ਰਿਹਾ ਅੰਦਰ ਬੈਠ ਕੇ। ਤੇ ਤੂੰ ਆਪਣੇ ਗੁਣ ਵੀ ਤੂੰ ਆਪ ਹੀ ਗਾ ਰਿਹਾ ਹੈ, ਆਪੇ ਗੁਣ ਗਾਈਏ। ਗੁਰੂ ਸਾਹਿਬ ਕਹਿੰਦੇ ਬਸ ਅਰਦਾਸ ਕਰੋ, ਆਪੇ ਗਵਾ ਲੈਂਦਾ, ਤੁਹਾਡੇ ਤੋਂ ਗਵਾ ਲਊਗਾ। ਤੁਹਾਡੇ ਅੰਦਰ ਬੈਠ ਕੇ ਆਪੇ ਗਾਉਂਦਾ ਉਹ, ਆਪਦੇ ਗੁਣ ਉਹਨੇ ਆਪ ਹੀ ਗਾਉਣੇ। ਪਰ ਸਾਨੂੰ ਕਹਿਣਾ ਪਊਗਾ ਮੇਰੇ ਤੇ ਕਿਰਪਾ ਕਰਦੇ, ਮੈਨੂੰ ਗੁਣ ਗਾਣੇ ਆ ਜਾਣ, ਤੇਰੀਆਂ ਸਿਫਤਾਂ ਕਰਨੀਆਂ ਆ ਜਾਣ। ਉਹਨਾਂ ਨੂੰ ਫਿਰ ਗਾਣੀਆਂ ਆ ਜਾਂਦੀਆਂ। ਹਰ ਧਿਆਵੋ ਭਗਤੋ ਦਿਨ ਰਾਤ, ਅੰਤ ਲੈ ਛਡਾਇਆ ਹੈ। ਗੁਰੂ ਸਾਹਿਬ ਕਹਿੰਦੇ ਇਹ ਮੇਰੇ ਗੁਰਦੇ ਸਿੱਖੋ, ਤੁਹਾਨੂੰ ਮੈਂ ਭਗਤ ਬਣਾਉਣਾ ਹੈ, ਪਰ ਭਗਤ ਉਦੋਂ ਬਣੋਗੇ ਜਦੋਂ ਦਿਨ ਰਾਤ ਉਹਨੂੰ ਧਿਆਉਣਾ ਸਿੱਖ ਲਓਗੇ। ਅਨਹਦ ਸ਼ਬਦ ਜਦੋਂ ਚੱਲਣਗੇ, ਫਿਰ ਉਹ ਅੰਤ ਨੂੰ ਛੁਡਾ ਲੈਂਦਾ ਹੈ, ਪੰਜੇ ਕਾਬੂ ਆ ਜਾਂਦੇ, ਜੀਵਤ ਮਰਨ ਦੀ ਅਵਸਥਾ 'ਚ ਲੈ ਜਾਂਦਾ ਹੈ।
ਜਿਨ ਸੇਵਿਆ ਤਿਨ ਸੁਖ ਪਾਇਆ। ਗੁਰੂ ਸਾਹਿਬ ਕਹਿੰਦੇ ਸਾਰੀ ਦੁਨੀਆ ਦੁੱਖਾਂ ਦਾ ਘਰ ਹੈ, ਪਰ ਸਾਰੇ ਸੁੱਖ ਨਹੀਂ ਪਾ ਸਕਦੇ, ਦੁਖੀ ਰਹਿੰਦੇ। ਕੇਵਲ ਉਹੀ ਸੁਖੀ ਹੋਏ ਜਿਨ੍ਹਾਂ ਨੇ ਉਹਦੀ ਸੇਵਾ ਕੀਤੀ, ਉਹਨੂੰ ਯਾਦ ਕੀਤਾ, ਸਿਮਰਿਆ। ਜਿਨ ਸੇਵਿਆ ਤਿਨ ਸੁਖ ਪਾਇਆ। ਜਿਹਨੂੰ ਉਹਦੀ ਸੇਵਾ ਕਰਨੀ ਆ ਗਈ, ਜਿਹਨੂੰ ਉਹਦੀਆਂ ਗੁਣ ਗਾਣੇ ਆ ਗਏ, ਉਹਦੀ ਸਿਫਤ ਸਲਾਹ ਕਰਨੀ ਆ ਗਈ, ਉਹੀ ਹੀ ਸਪੈਸ਼ਲ ਬੰਦਾ ਸੁਖ ਪਾਉਂਦਾ। ਬਾਕੀ ਮੇਰੇ ਵਰਗੇ ਦੁਖੀ ਹੁੰਦੇ ਰਹਿੰਦੇ। ਹਰ ਨਾਮ ਸਮਾਇਆ ਉਹਦੇ ਮਨ ਤੇ ਨਾਮ ਸਮਾ ਜਾਂਦਾ ਹੈ, ਕਿਉਂਕਿ ਰੋਜ਼ ਬਾਣੀ ਪੜ੍ਹਦਾ, ਪਰਮਾਤਮਾ ਦੇ ਬਾਰੇ ਵਿਚਾਰ ਕਰਦਾ ਹੈ, ਫਿਰ ਤੁਰਿਆ ਫਿਰਦਾ ਉਹਦੇ ਗੁਣ ਗਾਉਂਦੇ ਰਹਿੰਦਾ। ਗੁਣ ਗਾ ਗਾ ਕੇ ਪਰਮਾਤਮਾ ਨਾਲ ਪਿਆਰ ਬਣਦਾ ਹੈ, ਉਹਦਾ ਨਾਮ ਮਿਲਦਾ ਹੈ। ਨਾਮ ਚ ਸਮਾਉਣਾ ਹੈ, ਨਾਮ ਸਾਡੇ ਅੰਦਰ ਵਸਣਾ ਕੇ। ਸ਼ਲੋਕ कोई अवर न तेरी पाते, अवर न तेरी पाते।